ਦੋਸਤੋ ਅੱਜ ਦੀ ਖਾਸ ਰਿਪੋਰਟ ਉਸ ਲੜੀ ਦੀ ਦੂਸਰੀ ਰਿਪੋਰਟ ਹੈ ਜਿਸ ਵਿੱਚ ਕਿ ਮੈਂ ਗੱਲ ਕਰ ਰਿਹਾ ਹਾਂ ਭਾਰਤ ਦੇ ਜਿਹੜੇ ਪ੍ਰੋਮੀਨੈਂਟ 에ਅਰਪਲੇਨ ਜਾਂ ਐਰੋਪਲੇਨ ਹਾਈਜੈਕਿੰਗਸ ਹੋਈਆਂ ਨੇ। ਹਵਾਈ ਜਹਾਜ਼ਾਂ ਨੂੰ ਅਗਵਾ ਕੀਤੇ ਜਾਣ ਦੀਆਂ ਉਹ ਵੱਡੀਆਂ ਘਟਨਾਵਾਂ ਜੋ ਕਿ ਸਾਲ 1980 ਦੇ ਦਹਾਕੇ ਦੇ ਸ਼ੁਰੂਆਤੀ 4 ਜਾਂ 5 ਸਾਲਾਂ ਦੇ ਦਰਮਿਆਨ ਹੋਈਆਂ। ਜ਼ਿਆਦਾਤਰ ਇਹਨਾਂ 'ਚੋਂ ਐਸੀਆਂ ਘਟਨਾਵਾਂ ਸਨ ਜੋ ਕਿ ਸਿੱਖ ਖਾੜਕੂਆਂ ਵੱਲੋਂ ਅੰਜਾਮ ਦਿੱਤੀਆਂ ਜਾ ਰਹੀਆਂ ਸਨ। ਬੀਤੇ ਰਿਪੋਰਟ ਜਾਂ ਐਪੀਸੋਡ ਦੇ ਵਿੱਚ ਇਸੀ ਸੀਰੀਜ਼ ਦੇ ਪਿਛਲੇ ਐਪੀਸੋਡ ਦੇ ਵਿੱਚ ਮੈਂ ਗੱਲਬਾਤ ਕੀਤੀ ਸੀ ਆਈਸੀ ਇੰਡੀਆ ਚਾਰਲੀ 423 ਫਲਾਈਟ ਨੰਬਰ IC423 ਜਿਸ ਨੂੰ ਕਿ ਅਗਵਾ ਕਰ ਲਿਆ ਗਿਆ ਸੀ, ਜਿਸ ਨੂੰ ਕਿ ਗਜਿੰਦਰ ਸਿੰਘ ਹੋਣਾ ਵੱਲੋਂ ਅਗਵਾ ਕੀਤਾ ਗਿਆ ਸੀ। ਦਲ ਖਾਲਸਾ ਦੇ ਕਾਰਕੁਨਾਂ ਵੱਲੋਂ ਇਹ ਹਵਾਈ ਜਹਾਜ਼ ਇਹ ਫਲਾਈਟ ਨੂੰ ਅਗਵਾ ਕਰਕੇ ਪਾਕਿਸਤਾਨ ਲਿਜਾਇਆ ਗਿਆ ਸੀ। ਲੇਕਿਨ ਅੱਜ ਮੈਂ ਜਿਸ ਹਵਾਈ ਜਹਾਜ਼ ਦੀ ਹਾਈਜੈਕਿੰਗ ਦੀ ਗੱਲ ਕਰਾਂਗਾ ਉਹ ਹੈ ਇੰਡੀਅਨ 에ਅਰਲਾਈਨਸ ਦੀ ਫਲਾਈਟ IC405 ਇੰਡੀਆ ਚਾਰਲੀ 405 ਹਾਈਜੈਕਟ। ਇਹ ਉਹ ਮੈਸੇਜ ਸੀ ਜੋ ਕਿ 6 ਜੁਲਾਈ 1984 ਨੂੰ ਰਿਸੀਵ ਹੋਇਆ 에ਅਰ ਟ੍ਰੈਫਿਕ ਕੰਟਰੋਲ ਤੇ। ਇਸ ਦਾ ਮਤਲਬ ਸੀ ਵੀ ਭਾਰਤੀ 에ਅਰਲਾਈਨਸ ਦੀ ਫਲਾਈਟ IC405 ਨੂੰ ਹਾਈਜੈਕ ਕਰ ਲਿਆ ਗਿਆ ਹੈ। ਸੋ ਜੁਲਾਈ 6 1984 ਦੀ ਘਟਨਾ ਯਾਨੀ ਕਿ ਆਪਰੇਸ਼ਨ ਬਲੂ ਸਟਾਰ ਤੋਂ ਠੀਕ 1 ਮਹੀਨੇ ਬਾਅਦ ਇਹ ਪਹਿਲਾ ਵੱਡਾ ਵਾਰਦਾਤ ਸੀ, ਪਹਿਲੀ ਵੱਡੀ ਘਟਨਾ ਸੀ ਜਿਸ ਦੇ ਤਹਿਤ ਕਿ ਭਾਰਤ ਦੀ ਉਹ ਫਲਾਈਟ ਨੂੰ ਹਾਈਜੈਕ ਕਰ ਲਿਆ ਗਿਆ ਸੀ ਜਿਸ ਵਿੱਚ ਕਿ 255 ਤੋਂ ਵੱਧ ਲੋਕ ਸਵਾਰ ਸਨ। ਇਹ ਫਲਾਈਟ ਜਿਹੜੀ ਹੈ ਸ੍ਰੀਨਗਰ ਤੋਂ ਉਡਾਨ ਭਰ ਰਹੀ ਸੀ ਤੇ ਸ੍ਰੀਨਗਰ ਤੋਂ ਇਸ ਫਲਾਈਟ ਨੇ ਦਿੱਲੀ ਜਾਣਾ ਸੀ। ਇਸ ਦੇ ਵਿੱਚ ਤਕਰੀਬਨ 9 ਐਸੇ ਹਾਈਜੈਕਰ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜੋ ਕਿ ਉਸ ਵਕਤ ਇੱਕ ਬੈਂਡ ਆਊਟਫਿਟ ਸੀ ਤੇ ਇਹਨਾਂ ਦੀ ਫਲਾਈਟ ਨੂੰ ਹਾਈਜੈਕ ਕਰਨ ਦੇ ਜਿਹੜੇ ਮਕਸਦ ਦਾ ਮਨਸੂਬਾ ਸੀ ਉਹ ਸੀ ਹਰਮਿੰਦਰ ਸੰਧੂ ਹੋਣਾ ਦੀ ਰਿਹਾਈ ਜੋ ਕਿ ਜੇਲ੍ਹ ਵਿੱਚ ਬੰਦ ਸਨ। ਇਸ ਤੋਂ ਇਲਾਵਾ ਹੋਰ ਬਹੁਤ ਸੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂਆਂ ਦੀ ਰਿਹਾਈ ਨੂੰ ਲੈ ਕੇ ਮੁੱਖ ਤੌਰ ਤੇ ਇਹ ਫਲਾਈਟ ਨੂੰ ਹਾਈਜੈਕ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦਰਬਾਰ ਸਾਹਿਬ ਦੀ ਵਿੱਚ ਜਿਹੜੀ ਫੌਜ ਦੀ ਤੈਨਾਤੀ ਸੀ ਜੋ ਕਿ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਕੀਤੀ ਗਈ ਸੀ ਉਸ ਨੂੰ ਵੀ ਵਾਪਸ ਕੀਤੇ ਜਾਣ ਯਾਨੀ ਕਿ ਫੌਜ ਤੋਂ ਖਾਲੀ ਦਰਬਾਰ ਸਾਹਿਬ ਕੰਪਲੈਕਸ ਨੂੰ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਇਸ ਪੂਰੀ ਵਾਰਦਾਤ ਨੂੰ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਸੋ ਜੁਲਾਈ 6 1984 ਨੂੰ ਸ਼ਾਮ ਤਕਰੀਬਨ 4:41 ਤੇ 에ਅਰ ਟ੍ਰੈਫਿਕ ਕੰਟਰੋਲ ਨੂੰ ਇਹ ਸਿਗਨਲ ਮਿਲਦਾ ਹੈ ਜਿਸ ਵਿੱਚ ਕਿ ਇੰਡੀਆ ਚਾਰਲੀ 405 ਦੇ ਹਾਈਜੈਕ ਹੋ ਜਾਣ ਦੀ ਜਿਹੜੀ ਖਬਰ ਹੈ ਉਸ ਨੂੰ 에ਅਰ ਟਰਾਂਸਮਿਸ਼ਨ ਦੇ ਜ਼ਰੀਏ ਜਿਹੜਾ ਸੰਬੰਧਿਤ ਪਾਇਲਟ ਹੈ ਇਸ ਜਹਾਜ਼ ਦਾ ਉਹ ਨਸ਼ਰ ਕਰਦਾ ਜਿਸ ਤੋਂ ਬਾਅਦ ਕਿ ਐਵੀਏਸ਼ਨ ਦੇ ਪੱਖੋਂ ਇੱਕ ਬਹੁਤ ਵੱਡੀ ਐਮਰਜੈਂਸੀ ਡਿਕਲੇਅਰ ਕਰਤੀ ਜਾਂਦੀ ਹੈ। ਸ੍ਰੀਨਗਰ ਤੋਂ ਉਡਾਨ ਭਰਨ ਦੇ ਨਾਲ ਹੀ ਜਿਹੜੇ 9 ਹਾਈਜੈਕਰ ਇਸ ਹਵਾਈ ਜਹਾਜ਼ ਦੇ ਵਿੱਚ ਸਵਾਰ ਸਨ ਉਹਨਾਂ ਵਿੱਚੋਂ 4 ਹਾਈਜੈਕਰ ਜਿਹੜੇ ਸਨ ਉਹ 에ਅਰ ਹੋਸਟਸ ਦੇ ਪਿੱਛੇ ਆਪਣੇ ਹਥਿਆਰਾਂ ਦੇ ਸਮੇਤ, ਇਹਨਾਂ ਕੋਲ ਕੋਈ ਵੈਸੇ ਜ਼ਿਆਦਾ ਹਥਿਆਰ ਨਹੀਂ ਸਨ, 1.22 mm ਦਾ ਇੱਕ ਪਿਸਤੌਲ ਸੀ ਤੇ ਇਸ ਤੋਂ ਇਲਾਵਾ ਕੁਝ ਐਸੇ ਟॉय ਪਿਸਟਲ ਸਨ ਜੋ ਕਿ ਠੀਕ 1981 ਦੀ ਉਸ ਹਾਈਜੈਕਿੰਗ ਵਾਂਗ ਹੀ ਸੀ ਲੇਕਿਨ ਇੱਕ ਫਾਇਰਆਰਮ ਇਨ ਲੋਕਾਂ ਕੋਲ ਸੀ ਜਿਸ ਦੇ ਜ਼ਰੀਏ ਇਹਨਾਂ ਨੇ ਕੁਝ ਫਾਇਰਿੰਗ ਵੀ ਜਿਹੜੀ ਔਨ ਬੋਰਡ ਹਵਾਈ ਜਹਾਜ਼ ਦੇ ਵਿੱਚ ਕੀਤੀ। ਸੋ ਇਹਨਾਂ ਵੱਲੋਂ ਕਾਕਪਿਟ ਦੇ ਉੱਤੇ ਕਬਜ਼ਾ ਕੀਤੇ ਜਾਣ ਦੀਆਂ ਜਦੋਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਉਸ ਤਹਿਤ ਇੱਕ 에ਅਰ ਹੋਸਟਸ ਸੀ ਜੋ ਕਿ ਸ਼ੁਰੂਆਤੀ ਤੌਰ ਤੇ ਇਹਨਾਂ ਨੂੰ ਦੇਖ ਕੇ ਬਹੁਤ ਤੇਜ਼ੀ ਦੇ ਨਾਲ ਕਾਕਪਿਟ ਵੱਲ ਵਧੀ ਜਿਸ ਤੋਂ ਬਾਅਦ ਕਿ 4 ਜਿਹੜੇ ਹਮਲਾਵਰ ਸਨ ਜਾਂ ਹਾਈਜੈਕਰ ਸਨ ਉਹ ਵੀ ਇਸ 에ਅਰ ਹੋਸਟਸ ਦੇ ਮਗਰ ਕਾਕਪਿਟ 'ਚ ਦਾਖਲ ਹੋਣ ਲਈ ਬੜੇ। ਲੇਕਿਨ ਸਮੇਂ ਰਹਿੰਦਿਆਂ ਹੀ ਕਾਕਪਿਟ ਦਾ ਜਿਹੜਾ ਦਰਵਾਜ਼ਾ ਸੀ ਉਸ ਨੂੰ ਡੋਰਸ ਨੂੰ ਬੰਦ ਕਰਤਾ ਗਿਆ ਜਿਸ ਤੋਂ ਬਾਅਦ ਕਿ ਜਿਹੜਾ ਫਲਾਈਟ ਕਮਾਂਡਰ ਸੀ CSP ਸਿੰਘ ਉਹਨਾਂ ਦਾ ਨਾਂ ਦੱਸਿਆ ਜਾਂਦਾ ਹੈ ਉਹਨਾਂ ਨੇ 에ਅਰ ਟ੍ਰੈਫਿਕ ਕੰਟਰੋਲ ਨੂੰ ਇਸ ਚੀਜ਼ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਦਰਵਾਜ਼ਾ ਖੁਲਵਾਉਣ ਲਈ ਕਾਕਪਿਟ ਦਾ ਦਰਵਾਜ਼ਾ ਖੁਲਵਾਉਣ ਲਈ ਕਾਫੀ ਕੋਸ਼ਿਸ਼ਾਂ ਹੋ ਰਹੀਆਂ ਸਨ। ਇਸੇ ਦੇ ਤਹਿਤ ਬਹੁਤ ਉੱਚੀ ਸ਼ੋਰ ਮਚਣਾ ਸ਼ੁਰੂ ਹੋਇਆ। ਉਸ ਵਕਤ ਤਕਰੀਬਨ 250 ਜਿਹੜੇ ਪੈਸੇਂਜਰ ਸਵਾਰ ਸਨ ਹਵਾਈ ਜਹਾਜ਼ ਦੇ ਵਿੱਚ ਉਹਨਾਂ ਨੂੰ ਵੀ ਸਮਝ ਆ ਚੁੱਕਾ ਸੀ ਵੀ ਕੁਝ ਗੜਬੜ ਹੋ ਚੁੱਕੀ ਹੈ। ਪਹਿਲਾਂ ਲੋਕਾਂ ਨੂੰ ਲੱਗਾ ਵੀ ਸ਼ਾਇਦ ਕੋਈ ਲੜਾਈ ਝਗੜਾ ਹੋਇਆ ਹੈ ਲੇਕਿਨ ਉਸ ਤੋਂ ਬਾਅਦ 3 ਗੋਲੀਆਂ ਜਿਹੜੀਆਂ ਸਨ ਉਹ ਦਰਵਾਜ਼ੇ ਦੇ ਵਿੱਚੋਂ ਚਲਾਈਆਂ ਗਈਆਂ ਇਹਨਾਂ ਹਮਲਾਵਰਾਂ ਵੱਲੋਂ ਜਿਨ੍ਹਾਂ ਦੇ ਵਿੱਚੋਂ ਇੱਕ ਗੋਲੀ ਜਿਹੜੀ ਹੈ ਉਹ ਇੱਕ ਜਿਹੜਾ ਫਲਾਈਟ ਇੰਜੀਨੀਅਰ ਜੋ ਕਿ ਨਾਲ ਕਾਕਪਿਟ ਦੇ ਪਾਇਲਟ ਦੇ ਸਨ ਉਹਨਾਂ ਦੀ ਕਮਰ ਦੇ ਵਿੱਚ ਲੱਗੀ। ਇਸ ਤੋਂ ਬਾਅਦ ਗੋਲੀਆਂ ਚੱਲਣ ਤੋਂ ਬਾਅਦ ਜਿਹੜਾ ਡੋਰ ਹੈ ਉਸ ਨੂੰ ਖੋਲ੍ਹਣਾ ਪਿਆ ਜਾਂ ਉਸ ਨੂੰ ਖੁਲਵਾ ਦਿੱਤਾ ਗਿਆ ਜਿਸ ਤੋਂ ਬਾਅਦ ਕਿ ਪਾਇਲਟ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਹੁਣ ਇਸ ਫਲਾਈਟ ਨੂੰ ਦਿੱਲੀ ਲਿਜਾਣ ਦੀ ਥਾਂ ਲਾਹੌਰ ਵੱਲ ਡਾਇਵਰਟ ਕਰ ਲਏ। ਲਾਹੌਰ 에ਅਰਪੋਰਟ ਤੇ ਬਹੁਤ ਸਮਾਂ ਇਸ ਜਿਹੜਾ 에ਅਰਪਲੇਨ ਸੀ ਉਸ ਨੂੰ ਲੈਂਡ ਕੀਤੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਕਿਉਂਕਿ ਪਹਿਲਾਂ ਵੀ ਪਾਕਿਸਤਾਨ ਦੇ ਲਾਹੌਰ ਦੀ 에ਅਰ ਸਪੇਸ ਦੇ ਵਿੱਚ ਇਸ ਤਰੀਕੇ ਦੀਆਂ ਕਈ ਘਟਨਾਵਾਂ ਖਾਸ ਕਰਕੇ ਭਾਰਤ ਵੱਲੋਂ ਸ੍ਰੀਨਗਰ ਜਾਂ ਦਿੱਲੀ ਤੋਂ ਉਡਾਨ ਭਰੇ ਜਾਣ ਵਾਲੇ ਹਵਾਈ ਜਹਾਜ਼ਾਂ ਦੇ ਸੰਦਰਭ ਵਿੱਚ ਹੋਈਆਂ ਸਨ। 1981 ਦੀ ਘਟਨਾ ਤੁਹਾਨੂੰ ਯਾਦ ਹੀ ਹੋਏਗੀ। ਸੋ ਲਾਹੌਰ ਜਿਹੜਾ 에ਅਰਪੋਰਟ ਸੀ ਇਸ ਜਹਾਜ਼ ਨੂੰ ਲੈਂਡ ਕਰਨ ਦੀ ਪਰਮਿਸ਼ਨ ਨਹੀਂ ਸੀ ਦੇ ਰਿਹਾ ਲੇਕਿਨ ਜਦੋਂ ਪਾਇਲਟ ਵੱਲੋਂ ਇੱਕ ਐਮਰਜੈਂਸੀ SOS ਦੇ ਜ਼ਰੀਏ ਦੱਸਿਆ ਗਿਆ ਕਿ ਬਹੁਤ ਹੀ ਘੱਟ ਜਿਹੜਾ ਫਿਊਲ ਇਸ 에ਅਰਪਲੇਨ ਦੇ ਵਿੱਚ ਬਚਿਆ ਹੈ ਉਸ ਤੋਂ ਬਾਅਦ ਲਾਹੌਰ ਜਿਹੜੀ 에ਅਰਪੋਰਟ ਅਥਾਰਟੀਜ਼ ਸਨ ਉਹਨਾਂ ਨੇ ਇਸ ਜਹਾਜ਼ ਨੂੰ ਲੈਂਡ ਕਰਨ ਦੀ ਜਿਹੜੀ ਪਰਮਿਸ਼ਨ ਹੈ ਉਹ ਦਿੱਤੀ ਜਿਸ ਤੋਂ ਬਾਅਦ ਕਿ ਲਾਹੌਰ 에ਅਰਪੋਰਟ ਦੇ ਉੱਤੇ ਇਸ ਜਹਾਜ਼ ਨੂੰ ਲੈਂਡ ਕਰਵਾਇਆ ਗਿਆ। ਸੋ ਤਕਰੀਬਨ 5:30 ਦੇ ਆਸ-ਪਾਸ ਇਹ ਜਿਹੜਾ ਐਰੋਪਲੇਨ ਸੀ IC405 ਇਹ ਲਾਹੌਰ 에ਅਰਪੋਰਟ ਦੇ ਵਿੱਚ ਲੈਂਡ ਕਰ ਚੁੱਕਾ ਸੀ ਜਿੱਥੇ ਕਿ ਪੂਰੀ ਤੈਨਾਤੀ ਸੀ ਪਾਕਿਸਤਾਨੀ ਕਮਾਂਡੋਜ਼ ਦੀ, ਪਾਕਿਸਤਾਨੀ ਆਰਮੀ ਵੱਲੋਂ ਵੀ ਪੂਰੀ ਤੈਨਾਤੀ ਕਰ ਲਈ ਗਈ ਸੀ। ਹਾਲਾਂਕਿ ਕੋਈ ਵੀ
ਐਸਾ ਆਪਰੇਸ਼ਨ ਸੀ ਉਸ ਨੂੰ ਉਲੀਕਿਆ ਨਹੀਂ ਸੀ ਗਿਆ ਤੇ ਇਸ ਦੌਰਾਨ ਭਾਰਤ ਦੇ ਜਿਹੜੇ ਦੂਤਾਵਾਸ ਜਾਂ ਭਾਰਤ ਦੀ ਜਿਹੜੇ ਅਥਾਰਟੀਜ਼ ਹੈ ਉਹਨਾਂ ਦੇ ਨਾਲ ਸੰਪਰਕ ਕਰ ਲਿਆ ਗਿਆ ਸੀ। ਆਲਰੇਡੀ ਇਹ ਚੀਜ਼ ਭਾਰਤੀ 에ਅਰ ਸਪੇਸ ਦੇ ਵਿੱਚ ਜਾਣਕਾਰੀ ਮਿਲ ਰਹੀ ਸੀ। ਇੱਕ ਆਲਰੇਡੀ ਇੱਕ ਵਿਮਾਨ ਜਿਹੜਾ ਸੀ ਭਾਰਤ ਸਰਕਾਰ ਦਾ ਉਹ ਅੰਮ੍ਰਿਤਸਰ ਦੇ ਆਸ-ਪਾਸ ਘੁੰਮ ਰਿਹਾ ਸੀ, ਅੰਮ੍ਰਿਤਸਰ ਦੇ 에ਅਰ ਸਪੇਸ ਦੇ ਵਿੱਚ ਲਗਾਤਾਰ ਚੱਕਰ ਲਾ ਰਿਹਾ ਸੀ ਕਿਉਂਕਿ ਸਥਿਤੀ ਕੁਝ ਵੀ ਹੋ ਸਕਦੀ ਸੀ। ਇੱਕ ਜਹਾਜ਼ ਨੂੰ ਭੇਜਿਆ ਜਾ ਸਕਦਾ ਸੀਗਾ ਜੇ ਕੋਈ ਐਸੀ ਐਮਰਜੈਂਸੀ ਦੇ ਵਿੱਚ ਇਵੈਕੂਏਸ਼ਨ ਕਰਾਣੀ ਪੈਂਦੀ। ਸੋ ਉਹ ਸਾਰੀਆਂ ਚੀਜ਼ਾਂ ਤਿਆਰੀਆਂ ਹੋਈਆਂ ਸਨ ਤੇ ਇਸ ਤੋਂ ਬਾਅਦ ਸ਼ੁਰੂਆਤ ਹੋਈ ਉਸ ਨੈਗੋਸੀਏਸ਼ਨ ਦੇ ਸਿਲਸਿਲੇ ਦੀ, ਯਾਨੀ ਕਿ ਗੱਲਬਾਤ ਦਾ ਸਿਲਸਿਲਾ ਜੋ ਕਿ ਪਾਇਲਟ ਦੇ ਜਿਹੜੇ 에ਅਰ ਕੰਟਰੋਲ ਦੇ ਨਾਲ ਗੱਲਬਾਤ ਹੈ ਉਸ ਦੇ ਵਿੱਚ ਰਿਕਾਰਡ ਕੀਤਾ ਗਿਆ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇਸ ਗੁੱਟ ਯਾਨੀ ਕਿ ਖਾੜਕੂਆਂ ਦੇ ਇਸ ਗੁੱਟ ਜਿਸਨੇ ਕਿ ਇਸ ਹਵਾਈ ਜਹਾਜ਼ ਨੂੰ ਅਗਵਾ ਕੀਤਾ ਸੀ ਉਸ ਦੀ ਅਗਵਾਈ ਕਰ ਰਿਹਾ ਸੀ ਪਰਮਿੰਦਰ ਸਿੰਘ ਉਰਫ ਹਰਫਨ ਮੌਲਾ। ਆਪਣੇ ਆਪ ਨੂੰ ਹਰਫਨ ਮੌਲਾ ਕਹਿੰਦਾ ਸੀ ਜਿਸ ਦਾ ਮਤਲਬ ਆਲਰਾਊਂਡਰ ਹੁੰਦਾ ਹੈ। ਸੋ ਪਰਮਿੰਦਰ ਸਿੰਘ ਦੇ ਨਾਲ ਤਕਰੀਬਨ ਹੋਰ 8 ਐਸੇ ਖਾੜਕੂ ਸਨ ਜਿਨ੍ਹਾਂ ਨੇ ਕਿ ਇਸ ਪਲੇਨ ਨੂੰ ਅਗਵਾ ਕੀਤਾ ਸੀ। ਜ਼ਿਆਦਾਤਰ ਜਿਹੜਾ ਰਾਬਤਾ ਜਾਂ ਕਮਿਊਨੀਕੇਸ਼ਨ ਜੋ ਕਿ ਪਾਇਲਟ ਦੇ ਮਾਈਕ ਦੇ ਜ਼ਰੀਏ ਹੋਇਆ ਉਹ ਪਰਮਿੰਦਰ ਸਿੰਘ ਹੋਣਾ ਵੱਲੋਂ ਕੀਤਾ ਗਿਆ। ਪਰਮਿੰਦਰ ਸਿੰਘ ਹਰਫਨ ਮੌਲਾ ਲਗਾਤਾਰ ਆਪਣੀ ਜਿਹੜੀ ਗੱਲਬਾਤ ਹੈ ਪਾਕਿਸਤਾਨ ਦੇ ਅਥਾਰਟੀਜ਼ ਨਾਲ ਕਰਦਾ ਰਿਹਾ। 에ਅਰ ਟ੍ਰੈਫਿਕ ਕੰਟਰੋਲ ਤੇ ਪਾਕਿਸਤਾਨ 에ਅਰਪੋਰਟ ਅਥਾਰਟੀਜ਼ ਦੇ ਨਾਲ ਉਹਨਾਂ ਨੇ ਇਸ ਪਲੇਨ ਨੂੰ ਰੀਫਿਊਲ ਕੀਤੇ ਜਾਣ ਦੀ ਮੰਗ ਸਭ ਤੋਂ ਪਹਿਲਾਂ ਕੀਤੀ, ਯਾਨੀ ਕਿ ਇਸ ਜਹਾਜ਼ ਜਿਸ ਦੇ ਵਿੱਚ ਕੀ ਜਿਹੜਾ ਫਿਊਲ ਸੀ ਉਹ ਬਹੁਤ ਘੱਟ ਹੋ ਚੁੱਕਾ ਸੀਗਾ। ਹਾਈਜੈਕਰਸ ਵੱਲੋਂ ਇਹ ਵੀ ਧਮਕੀ ਦਿੱਤੀ ਗਈ ਜੇ ਰੀਫਿਊਲਿੰਗ ਨਹੀਂ ਹੁੰਦੀ ਹੈ ਹਵਾਈ ਜਹਾਜ਼ ਦੀ ਤਾਂ ਉਹ ਇੱਕ ਇੱਕ ਕਰਕੇ ਜਿਹੜੇ ਯਾਤਰੂ ਹੈਗੇ ਨੇ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦੇਣਗੇ। ਜਿਸ ਤੋਂ ਬਾਅਦ ਕੀ ਪਾਕਿਸਤਾਨ ਦੀ ਜਿਹੜੇ ਅਥਾਰਟੀਜ਼ ਸਨ ਉਹਨਾਂ ਨੇ ਵੀ ਇੱਕ ਸਖਤੀ ਦਾ ਰਵੱਈਆ ਦਿਖਾਇਆ ਤੇ ਉਹਨਾਂ ਨੇ ਰੀਫਿਊਲਿੰਗ ਤੋਂ ਇਨਕਾਰ ਕਰਤਾ। ਇੱਕ ਸ਼ਰਤ ਇਹ ਰੱਖੀ ਗਈ ਹਾਈਜੈਕਰ ਦੇ ਸਾਹਮਣੇ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ 에ਅਰ ਟ੍ਰੈਫਿਕ ਕੰਟਰੋਲ ਦਾ ਜਿਹੜਾ ਰਿਕਾਰਡ ਹੈ ਜੋ ਵੀ ਗੱਲਬਾਤ ਇਹਨਾਂ ਖਾੜਕੂਆਂ ਦੇ ਨਾਲ ਹੋਈ ਲਾਹੌਰ 에ਅਰਪੋਰਟ ਅਥਾਰਟੀਜ਼ ਦੀ ਉਹ ਸਾਰੀਆਂ ਚੀਜ਼ਾਂ ਰਿਕਾਰਡਡ ਸਨ। ਉਹ ਬਾਕਾਇਦਾ ਇੱਕ ਰਿਕਾਰਡ ਦਾ ਹਿੱਸਾ ਸਨ ਜੋ ਕਿ ਭਾਰਤ ਨਾਲ ਵੀ ਸਾਂਝਾ ਕੀਤਾ ਗਿਆ। ਸੋ ਉਸ ਵਿੱਚ ਇਹ ਮੰਗ ਜਿਹੜੀ ਸੀ ਲਾਹੌਰ ਦੀ 에ਅਰਪੋਰਟ ਅਥਾਰਟੀਜ਼ ਨੇ ਇਹਨਾਂ ਸਾਹਮਣੇ ਰੱਖੀ ਕਿ ਤੁਸੀਂ ਪੈਸੇਂਜਰ ਛੱਡੋ, ਜੇ 25 ਪੈਸੇਂਜਰ ਤੁਸੀਂ ਛੱਡਦੇ ਹੋ ਹਵਾਈ ਜਹਾਜ਼ ਦੇ ਤਾਂ ਤੁਹਾਨੂੰ 1 ਟਨ ਜਿਹੜਾ ਏਵੀਏਸ਼ਨ ਫਿਊਲ ਹੈ ਉਹ ਦਿੱਤਾ ਜਾਏਗਾ। ਜਿਸ ਮੰਗ ਦੇ ਉੱਤੇ ਇਹ ਸਾਰੇ ਖਾੜਕੂ ਰਾਜ਼ੀ ਹੋ ਗਏ। ਇਸ ਤੋਂ ਬਾਅਦ ਇਹ ਵੀ ਮੰਗ ਰੱਖੀ ਗਈ ਲਾਹੌਰ ਅਥਾਰਟੀਜ਼ ਵੱਲੋਂ ਕਿ ਪਹਿਲਾਂ ਬੱਚਿਆਂ ਤੇ ਮਹਿਲਾਵਾਂ ਨੂੰ ਛੱਡਿਆ ਜਾਏਗਾ। ਤਕਰੀਬਨ 250 ਜਿਹੜੇ ਪੈਸੇਂਜਰ ਇਸ ਜਹਾਜ਼ ਦੇ ਵਿੱਚ ਟਰੈਵਲ ਕਰ ਰਹੇ ਸਨ ਉਹਨਾਂ ਦੇ ਵਿੱਚ 15 ਦੇ ਆਸ-ਪਾਸ ਬਹੁਤ ਛੋਟੇ-ਛੋਟੇ ਬੱਚੇ ਸਨ ਤੇ ਕਈ ਦਰਜਨ ਮਹਿਲਾਵਾਂ 에ਅਰਪਲੇਨ ਦੇ ਵਿੱਚ ਸਨ ਤੇ ਬਹੁਤ ਜ਼ਿਆਦਾ ਔਖੀ ਜਿਹੜੀ ਸਥਿਤੀ ਹੋ ਚੁੱਕੀ ਸੀ ਕਿਉਂਕਿ ਆਕਸੀਲਰੀ ਜਿਹੜੇ ਜਨਰੇਟਰ ਸਨ ਇਸ ਹਵਾਈ ਜਹਾਜ਼ ਦੇ ਉਹ ਬੰਦ ਹੋ ਚੁੱਕੇ ਸਨ। ਵੈਂਟੀਲੇਸ਼ਨ ਬਹੁਤ ਘੱਟ ਸੀ, ਜਹਾਜ਼ ਕਾਫੀ ਦੇਰ ਸਟੇਸ਼ਨਰੀ ਸੀ। ਜੁਲਾਈ ਦਾ ਮਹੀਨਾ ਤੁਸੀਂ ਸਮਝ ਸਕਦੇ ਹੋ ਹੁਮਸ ਦਾ ਮਹੀਨਾ ਹੁੰਦਾ ਹੈ, ਹਿਊਮਿਡਿਟੀ ਬਹੁਤ ਜ਼ਿਆਦਾ ਹੋਣ ਦੇ ਕਾਰਨ ਵੀ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਸੀ। ਖਾਣ ਪੀਣ ਦੇ ਸਾਧਨ ਸਨ ਉਹ ਵੀ ਬਹੁਤ ਘੱਟ ਸਨ ਕਿਉਂਕਿ ਬਹੁਤ ਛੋਟੀ ਸ਼੍ਰੀਨਗਰ ਤੋਂ ਦਿੱਲੀ ਦੀ ਫਲਾਈਟ ਸੀ। ਤਾਂ ਕਈ ਘੰਟੇ ਇਹ ਜਿਹੜਾ ਪੂਰਾ ਕੰਮ ਚੱਲਦਾ ਰਿਹਾ। ਇਹ ਪੂਰੀ ਗੱਲਾਂ ਬਾਤਾਂ ਦਾ ਦੌਰ ਹੁਣ ਉਹਨਾਂ ਮੰਗਾਂ ਦੇ ਵਿੱਚ ਤਬਦੀਲ ਹੋ ਚੁੱਕਾ ਸੀ। ਅਜੇ ਤੱਕ ਇਹ ਵੀ ਦੱਸ ਦਈਏ ਤੁਹਾਨੂੰ ਕਿ ਜਦ ਤੱਕ ਇਹ ਪੂਰੀ ਗੱਲਾਂ ਬਾਤਾਂ ਸ਼ੁਰੂ ਹੋਈਆਂ ਇਹ ਰਾਬਤਾ ਜਿਹੜਾ ਕਮਿਊਨੀਕੇਸ਼ਨ ਹਾਈਜੈਕਰਸ ਤੇ ਲਾਹੌਰ ਦੀ 에ਅਰਪੋਰਟ ਦੇ ਜਿਹੜੇ ਅਫਸਰ ਸਨ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਰਾਬਤਾ ਸ਼ੁਰੂ ਹੋ ਚੁੱਕਾ ਸੀ। ਉਸ ਦੌਰਾਨ ਤੱਕ ਇਹ ਸਮਝ ਨਹੀਂ ਆ ਪਾ ਰਿਹਾ ਸੀ ਵੀ ਇਹ ਲੋਕ ਕੌਣ ਹੈਗੇ ਨੇ। ਹਾਲਾਂਕਿ ਪਲੇਨ ਦੇ ਅੰਦਰ ਯਾਨੀ ਕਿ ਐਰੋਪਲੇਨ ਦੇ ਅੰਦਰ ਸਥਿਤੀ ਕੁਝ ਹੋਰ ਸੀ ਕਿਉਂਕਿ ਉੱਥੇ ਦੱਸਿਆ ਜਾ ਰਿਹਾ ਸੀ ਵੀ ਟਾਇਲਟ ਜਿਹੜੇ ਰੋਲਸ ਹੁੰਦੇ ਨੇ, ਪੇਪਰ ਹੁੰਦੇ ਨੇ, ਟਾਇਲਟ ਪੇਪਰ ਦੇ ਰੋਲਸ ਹੁੰਦੇ ਨੇ, ਉਹਨਾਂ ਨੂੰ ਬੰਡਲ ਕਰਕੇ ਕੱਪੜਿਆਂ ਦੇ ਵਿੱਚ ਬੰਨ ਕੇ ਇਹ ਲੋਕਾਂ ਨੇ ਦਿਖਾਇਆ ਵੀ ਆਹ ਦੇਖੋ ਸਾਡੇ ਕੋਲ ਬੰਬ ਹੈਗੇ ਨੇ, ਹੈਂਡ ਗ੍ਰੇਨੇਡ ਹੈਗੇ ਨੇ। ਠੀਕ ਉਸੇ ਤਰੀਕੇ ਨਾਲ ਜਿਵੇਂ ਕਿ 1981 ਦੇ ਹਾਈਜੈਕਿੰਗ ਦੇ ਵਿੱਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਵੀ ਘੜੀ ਜਿਹੜੀ ਸੀ, ਇੱਕ ਘੜੀ ਡਿਜੀਟਲ ਜਿਹੜੀ ਘੜੀ ਹੱਥ ਤੇ ਬੰਨਣ ਵਾਲੀ ਹੁੰਦੀ ਹੈ ਉਸ ਨੂੰ ਵੀ ਇੱਕ ਬੈਗ ਦੇ ਵਿੱਚ ਬੰਨ ਲਿਆ ਗਿਆ ਤੇ ਉਸ ਦੇ ਜ਼ਰੀਏ ਵੀ ਇਸ ਚੀਜ਼ ਦਾ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਗਈ ਵੀ ਸਾਡੇ ਕੋਲ ਇੱਕ ਟਾਈਮ ਬੰਬ ਹੈ। ਫੈਕਟ ਦੇ ਵਿੱਚ ਸਿਰਫ ਇੱਕ 22 mm ਦਾ ਜਿਹੜਾ ਪਿਸਟਲ ਸੀਗਾ ਉਹ ਇਹਨਾਂ ਲੋਕਾਂ ਕੋਲ ਸੀ ਤੇ ਇਸ ਤੋਂ ਇਲਾਵਾ ਕੁਝ ਚਾਕੂ ਇਹਨਾਂ ਕੋਲ ਸੀਗੇ। ਸੋ ਜ਼ਿਆਦਾ ਇਹਨਾਂ ਕੋਲ ਫਾਇਰ ਆਰਮਸ ਤੇ ਫਾਇਰ ਪਾਵਰ ਨਹੀਂ ਸੀ, ਲੇਕਿਨ ਕਿਉਂਕਿ ਹਵਾਈ ਜਹਾਜ਼ ਦੇ ਵਿੱਚ ਗੋਲੀਆਂ ਚੱਲ ਚੁੱਕੀਆਂ ਸਨ ਇਸ ਵਾਸਤੇ ਪੈਸੇਂਜਰਸ ਨੂੰ ਇਹਨਾਂ ਨੂੰ ਸੀਰੀਅਸਲੀ ਲੈਣਾ ਪੈ ਰਿਹਾ ਸੀ। ਉਸ ਹਾਲਾਤ ਦੇ ਵਿੱਚ ਪੈਸੇਂਜਰਸ ਤੇ ਜਿਹੜੀ ਲੋਕਾਂ ਦੀ ਆਪਸ ਦੇ ਵਿੱਚ ਖੈਬੜੋ-ਖੈਬੜੀ ਵੀ ਕਾਫੀ ਜ਼ਿਆਦਾ ਦੇਰ ਹੁੰਦੀ ਰਹੀ ਕਿਉਂਕਿ ਹਾਲਾਤ ਜਿਹੜੇ ਸਨ ਹਵਾਈ ਜਹਾਜ਼ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਖਰਾਬ ਹੁੰਦੇ ਜਾ ਰਹੇ ਸਨ। ਲੋਕਾਂ ਨੂੰ ਜਾਂ ਪੈਸੇਂਜਰਸ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਸੀ। ਇਸ ਦੌਰਾਨ ਇਹ ਵੀ ਦੱਸਿਆ ਜਾਂਦਾ ਵੀ ਹਵਾਈ ਜਹਾਜ਼ ਦੇ ਜਿਹੜੇ ਪਬਲਿਕ ਅਨਾਊਂਸ ਸਿਸਟਮ ਹੁੰਦਾ ਉਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਦੇ ਜਿਹੜੇ ਭਾਸ਼ਣ ਤੇ ਉਹਨਾਂ ਦੀਆਂ ਲੈਕਚਰ ਸਪੀਚਸ ਸਨ ਉਹਨਾਂ ਨੂੰ ਪਲੇ ਆਊਟ ਕਰਤਾ ਗਿਆ। ਨਾਅਰੇਬਾਜ਼ੀ ਲਗਾਤਾਰ ਹੁੰਦੀ ਰਹੀ ਖਾਲਿਸਤਾਨ ਦੇ ਸੰਦਰਭ ਵਿੱਚ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਦੇ ਸੰਦਰਭ ਵਿੱਚ ਤੇ ਇੰਦਰਾ ਗਾਂਧੀ ਦੇ ਸੰਦਰਭ ਵਿੱਚ। ਲੇਕਿਨ ਇਹ ਸਾਰੀਆਂ ਗੱਲਾਂ ਬਾਤਾਂ ਜੋ ਕਿ ਫਲਾਈਟ ਦੇ ਦੌਰਾਨ ਸ਼੍ਰੀਨਗਰ ਤੋਂ ਲੈ ਕੇ ਲਾਹੌਰ ਤੱਕ ਹੁੰਦੀਆਂ ਰਹੀਆਂ ਇਹ ਚੀਜ਼ਾਂ ਬਾਹਰ ਨਹੀਂ ਕਿਸੇ ਨੂੰ ਪਤਾ ਲੱਗ ਰਹੀਆਂ ਸਨ। ਦੂਸਰੇ ਪਾਸੇ ਲਾਹੌਰ ਦੇ ਵਿੱਚ ਜਿਹੜੇ ਵੀ ਅਫਸਰ ਇਹ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ ਉਹਨਾਂ ਨੂੰ ਪਛਾਣ ਦੇ ਬਾਰੇ ਯਾਨੀ ਕਿ ਕੌਣ ਲੋਕ ਹੈਗੇ ਨੇ, ਇਹ ਲੋਕ ਸਿੱਖ ਖਾੜਕੂ ਹੈਗੇ ਨੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਾਰਕੁਨ ਹੈਗੇ ਨੇ, ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਲੇਕਿਨ ਜਦੋਂ ਪੂਰੀ ਗੱਲਾਂ ਬਾਤਾਂ ਸ਼ੁਰੂ ਹੋਈਆਂ ਕਿਉਂਕਿ ਜ਼ਿਆਦਾਤਰ ਗੱਲਬਾਤ ਹਿੰਦੀ ਦੇ ਵਿੱਚ ਉਸ ਵਕਤ ਲਾਹੌਰ ਦੀ ਅਥਾਰਟੀਜ਼ ਨਾਲ ਲੋਕਾਂ ਨੇ ਕੀਤੀ, ਪਰਮਿੰਦਰ ਸਿੰਘ ਹਰਫਨ ਮੌਲਾ ਨੇ ਕੀਤੀ। ਉਸ ਵਕਤ ਜਿਹੜੀ ਮੰਗਾਂ ਆਪਣੀਆਂ ਸਪੈਲ ਕੀਤੀਆਂ ਗਈਆਂ ਮੰਗਾਂ ਦੇ ਵਿੱਚੋਂ ਹਰਮਿੰਦਰ ਸਿੰਘ ਸੰਧੂ ਦੀ ਜਿਹੜੀ ਰਿਹਾਈ, ਇਸ ਦੇ ਨਾਲ ਹੀ ਦਰਬਾਰ ਸਾਹਿਬ ਦੇ ਵਿੱਚੋਂ ਫੌਜ ਦੀ ਜਿਹੜੀ ਵਾਪਸੀ
ਇਹ ਦੋ ਪ੍ਰਮੁੱਖ ਮੰਗਾਂ ਰੱਖੀਆਂ ਗਈਆਂ। ਇਸ ਤੋਂ ਇਲਾਵਾ ਜਿਹੜੀ ਹੋਰ ਮੰਗ ਸੀ ਉਹ ਸੀ 25 ਮਿਲੀਅਨ ਯੂਐਸ ਡਾਲਰ, ਯਾਨੀ ਕਿ ਉਹ 25 ਮਿਲੀਅਨ ਯੂਐਸ ਡਾਲਰ ਦੀ ਫਿਰੌਤੀ ਇੱਕ ਤਰੀਕੇ ਦੀ ਜਿਹੜੀ ਸੀ ਉਸ ਨੂੰ ਮੰਗਿਆ ਗਿਆ। ਸੋ ਇਹ ਤਿੰਨ ਮੰਗਾਂ ਸੀ ਜਿਸ ਤੋਂ ਕਿ ਕਾਫੀ ਹੱਦ ਤੱਕ ਪਛਾਣ ਜਿਹੜੀ ਸੀ ਇਹਨਾਂ ਹਾਈਜੈਕਰਸ ਦੀ ਅਥਾਰਟੀਜ਼ ਨੂੰ ਹੋ ਚੁੱਕੀ ਸੀ। ਲਾਹੌਰ 에ਅਰਪੋਰਟ ਤੋਂ ਲੈ ਕੇ ਪਾਕਿਸਤਾਨ ਸਰਕਾਰ ਤੇ ਭਾਰਤ ਸਰਕਾਰ ਦੇ ਜਿਹੜੇ ਦੂਤਾਵਾਸ ਦੇ ਬਹੁਤ ਸੇ ਲੋਕ ਸਨ, ਰॉ ਦੇ ਕੁਝ ਅਧਿਕਾਰੀ ਸਨ ਜੋ ਕਿ ਬਹੁਤ ਛੇਤੀ ਹੀ ਲਾਹੌਰ 에ਅਰਪੋਰਟ ਪਹੁੰਚ ਚੁੱਕੇ ਸਨ, ਲੇਕਿਨ ਉਹਨਾਂ ਨੂੰ ਇਹਨਾਂ ਨੈਗੋਸੀਏਸ਼ਨਸ ਦਾ, ਇਸ ਗੱਲਬਾਤ ਦਾ ਹਿੱਸਾ ਨਹੀਂ ਬਣਾਇਆ ਗਿਆ। ਉਹਨਾਂ ਨੂੰ ਇੱਕ ਵੱਖਰੇ ਕਮਰਿਆਂ ਦੇ ਵਿੱਚ ਬਿਠਾਇਆ ਗਿਆ ਤੇ ਹਰ ਅੱਧੇ ਘੰਟੇ ਬਾਅਦ ਉਹਨਾਂ ਨੂੰ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਸਨ। ਦੱਸਿਆ ਜਾ ਰਿਹਾ ਸੀ ਵੀ ਕੀ ਕੁਝ ਗੱਲਬਾਤ ਜਿਹੜੀ ਹੈ ਹਾਈਜੈਕਰਸ ਨਾਲ ਹੋ ਰਹੀ ਹੈ। ਇਹ ਸਾਰੀ ਗੱਲਬਾਤ ਜਿਹੜੀ ਹੈ ਪਾਕਿਸਤਾਨ ਟੈਲੀਵਿਜ਼ਨ ਦੇ ਉੱਤੇ ਵੀ ਉਸ ਵਕਤ ਇੱਕ ਲਾਈਵ ਬ੍ਰੌਡਕਾਸਟ ਦੀ ਸ਼ਕਲ ਦੇ ਵਿੱਚ ਵੀ ਜਿਹੜੀ ਜਾਣਕਾਰੀ ਸੀ ਉਹ ਬਾਕਾਇਦਾ ਦਿੱਤੀ ਜਾ ਰਹੀ ਸੀ। ਸੋ ਕਾਫੀ ਹੱਦ ਤੱਕ ਇਹ ਜਿਹੜਾ ਈਵੈਂਟ ਸੀ ਟੈਲੀਵਾਈਜ਼ ਹੋ ਚੁੱਕਾ ਸੀਗਾ। ਤਕਰੀਬਨ 20 ਘੰਟੇ ਤੱਕ ਇਹ ਪੂਰਾ ਡਰਾਮਾ ਚੱਲਦਾ ਰਿਹਾ ਤੇ ਇਹਨਾਂ 20 ਘੰਟਿਆਂ ਦੇ ਦੌਰਾਨ ਜਿਹੜੇ ਪੈਸੇਂਜਰਸ ਦੇ ਨਾਲ ਕਈ ਵਾਰ ਹੱਥੋਂ-ਪਾਈ ਹੋਣ ਦੀ ਵੀ ਲੋਕਾਂ ਦੀ ਨੌਬਤ ਆਈ। ਬੇਸ਼ੱਕ ਸ਼ੁਰੂਆਤੀ ਦੌਰ ਦੇ ਵਿੱਚ ਕਾਫੀ ਹੱਦ ਤੱਕ ਜਿੰਨੇ ਵੀ ਹਾਈਜੈਕਰ ਸਨ ਉਹ ਕਾਫੀ ਕੰਫਰਟੇਬਲ ਨਜ਼ਰ ਆਉਣੇ ਸ਼ੁਰੂ ਹੋ ਚੁੱਕੇ ਸਨ ਪੈਸੇਂਜਰਸ ਦੇ ਨਾਲ, ਲੇਕਿਨ ਜਿਵੇਂ-ਜਿਵੇਂ ਤਾਪਮਾਨ ਵੀ ਵਧਿਆ, ਹਿਊਮਿਡਿਟੀ ਵਧੀ, ਖਾਣ ਪੀਣ ਦੇ ਸੰਸਾਧਨ ਘਟੇ, ਇਸ ਦੇ ਨਾਲ ਹੀ ਜਿਹੜੀ ਬਾਥਰੂਮਸ ਦੀ ਜਿਹੜੀ ਪੋਜੀਸ਼ਨ ਸੀ ਉਹ ਬਹੁਤ ਖਰਾਬ ਸੀ। ਇਹ ਸਾਰੀ ਜਿਹੜੀ ਫਰਸਟ੍ਰੇਸ਼ਨ ਦੇ ਕਾਰਨਾਂ ਦੇ ਚੱਲਦਿਆਂ ਪੈਸੇਂਜਰਸ ਅਤੇ ਜਿਹੜੇ ਹਾਈਜੈਕਰਸ ਦੇ ਵਿੱਚ ਜਿਹੜੀ ਤਕਰਾਰ ਹੈ ਉਹ ਵੀ ਸ਼ੁਰੂ ਹੋ ਗਈ। ਇਸ ਦੌਰਾਨ ਰਾਤ 2 ਵਜੇ ਦੀ ਇੱਕ ਡੈਡਲਾਈਨ ਦਿੱਤੀ ਗਈ। ਰਾਤ 2 ਵਜੇ ਤੱਕ 25 ਮਿਲੀਅਨ ਡਾਲਰ ਦਿੱਤੇ ਜਾਣੇ ਸਨ। ਇਸ ਤੋਂ ਇਲਾਵਾ ਹਰਮਿੰਦਰ ਸਿੰਘ ਸੰਧੂ ਦੀ ਰਿਹਾਈ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਾਰਕੁਨਾਂ ਤੇ ਲੀਡਰਾਂ ਦੀ ਰਿਹਾਈ ਦੀ ਮੰਗ ਸੀ ਤੇ ਫੌਜ ਨੂੰ ਦਰਬਾਰ ਸਾਹਿਬ 'ਚੋਂ ਵਾਪਸ ਬੁਲਾਏ ਜਾਣ ਦੀ ਮੰਗ, ਜੋ ਕਿ ਬਹੁਤ ਹੱਦ ਤੱਕ ਉਸ ਵਕਤ ਇੰਨੀ ਛੇਤੀ ਸੰਭਵ ਨਹੀਂ ਸਨ। ਇਹ ਸਾਰੀਆਂ ਗੱਲਾਂ ਬਾਤਾਂ ਜਾਂ ਜਾਣਕਾਰੀਆਂ ਜਿਹੜੀਆਂ ਸਨ ਉਹ ਭਾਰਤ ਸਰਕਾਰ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਰਹੀਆਂ। ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਰਕਾਰ ਨੂੰ ਬਾਕਾਇਦਾ ਦੱਸਿਆ ਜਾ ਰਿਹਾ ਸੀ, ਲੇਕਿਨ ਪਾਕਿਸਤਾਨ ਦੀ ਜਿਹੜੀ ਅਥਾਰਟੀ ਸਨ ਉਹਨਾਂ ਨੇ ਖੁਦ ਹੀ ਬਹੁਤ ਸਖਤੀ ਕਰ ਰੱਖੀ ਸੀ, ਕਿਉਂਕਿ ਰੀਫਿਊਲਿੰਗ ਦੇ ਮੁੱਦੇ ਨੂੰ ਲੈ ਕੇ ਵੀ ਉਹਨਾਂ ਨੇ ਕਾਫੀ ਹੱਦ ਤੱਕ ਇੱਕ ਸਖਤ ਜਿਹੜਾ ਵਤੀਰਾ ਹੈ ਉਹ ਹਾਈਜੈਕਰ ਦੇ ਸਾਹਮਣੇ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਹਾਈਜੈਕਰਸ ਵੱਲੋਂ ਕੋਈ ਜ਼ਿਆਦਾ ਹੋਰ ਮੰਗਾਂ ਕੀਤੀਆਂ ਨਹੀਂ ਸੀ ਜਾ ਰਹੀਆਂ। ਲੇਕਿਨ ਤਕਰੀਬਨ ਰਾਤ ਦੇ ਜਦੋਂ 3 ਵਜੇ ਯਾਨੀ ਕਿ ਡੈਡਲਾਈਨ ਓਵਰ ਹੋ ਚੁੱਕੀ ਸੀ, 2 ਵਜੇ ਦਾ ਸਮਾਂ ਸੀ, ਉਸ ਤੋਂ ਬਾਅਦ ਗੱਲਬਾਤ ਜਿਹੜੀ ਸੀ ਹੋਰ ਅੱਗੇ ਵਧੀ। ਹਾਈਜੈਕਰਸ ਨੇ ਜਿਹੜੀ ਪਾਕਿਸਤਾਨ ਦੇ ਅਫਸਰਾਂ ਦੇ ਨਾਲ ਗੱਲਬਾਤ ਕਰਨੀ ਚਾਹੀ, ਕਿਉਂਕਿ ਅਜੇ ਤੱਕ ਉਹ 에ਅਰਪੋਰਟ ਦੇ ਅਧਿਕਾਰੀਆਂ ਦੇ ਥਰੂ ਪਾਕਿਸਤਾਨ ਦੀ ਸਰਕਾਰ ਦੇ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਦਾ ਇੱਕ ਅਫਸਰ ਜਿਹੜਾ ਹੈ ਉਹ ਇੱਕ ਵੈਨ ਵਿੱਚ ਆਇਆ ਤੇ ਉਸਨੇ ਹਵਾਈ ਜਹਾਜ਼ ਤੋਂ ਬਾਹਰ ਪਰਮਿੰਦਰ ਸਿੰਘ ਹਰਫਨ ਮੌਲਾ ਦੇ ਨਾਲ ਗੱਲਬਾਤ ਵੀ ਕੀਤੀ। ਸੋ ਪਰਮਿੰਦਰ ਸਿੰਘ ਹਰਫਨ ਮੌਲਾ ਕੁਝ ਸਮੇਂ ਲਈ, ਕੁਝ ਮਿੰਟਾਂ ਲਈ, ਤਕਰੀਬਨ 20-22 ਮਿੰਟ ਦੱਸੇ ਜਾਂਦੇ ਨੇ, ਜਦੋਂ ਕਿ ਹਵਾਈ ਜਹਾਜ਼ ਤੋਂ ਬਾਹਰ ਗਿਆ। ਇਸ ਦੌਰਾਨ ਉਸਦੇ ਸਾਰੇ ਹੋਰ ਜਿਹੜੇ ਸਾਥੀ ਹਾਈਜੈਕਰ ਸਨ ਉਹਨਾਂ ਵੱਲੋਂ ਇੱਕ ਬਹੁਤ ਹੀ ਸਖਤ ਨਜ਼ਰ ਰੱਖੀ ਜਾ ਰਹੀ ਸੀ। ਲੇਕਿਨ ਜਦੋਂ 20-22 ਮਿੰਟਾਂ ਤੋਂ ਬਾਅਦ ਹਰਫਨ ਮੌਲਾ ਨਹੀਂ ਮੁੜਿਆ, ਉਸ ਤੋਂ ਬਾਅਦ ਜਿਹੜਾ ਰੇਡੀਓ ਸੀਗਾ ਜਾਂ ਵਾਇਰਲੈਸ ਦੇ ਜ਼ਰੀਏ ਇਹ ਜਿਹੜੇ ਮੈਸੇਜ ਸਨ ਉਹ 에ਅਰ ਟ੍ਰੈਫਿਕ ਕੰਟਰੋਲ ਤੱਕ ਵੀ ਪਹੁੰਚਾਏ ਗਏ, ਯਾਨੀ ਕਿ ਲਾਹੌਰ 에ਅਰਪੋਰਟ ਦੀ ਅਥਾਰਟੀਜ਼ ਤੱਕ ਪਹੁੰਚਾਏ ਗਏ। ਉਹਨਾਂ ਤੋਂ ਪੁੱਛਿਆ ਗਿਆ ਵੀ ਸਾਡਾ ਸਾਥੀ ਕਿੱਥੇ ਹੈ ਤੇ ਜੇ ਸਾਡਾ ਸਾਥੀ ਸਮੇਂ ਤੇ ਵਾਪਸ ਨਹੀਂ ਆਉਂਦਾ ਜਾਂ ਉਸ ਨੂੰ ਕਿਸੇ ਵੀ ਸੂਰਤ ਦੇ ਵਿੱਚ ਪਾਕਿਸਤਾਨ ਦੀ ਆਰਮੀ ਨੇ ਜਾਂ ਕਮਾਂਡੋਜ਼ ਨੇ ਕੈਪਚਰ ਕਰ ਲਿਆ ਹੋਇਆ ਤਾਂ ਅਸੀਂ ਪੈਸੇਂਜਰਸ ਨੂੰ ਮਾਰਨਾ ਸ਼ੁਰੂ ਕਰ ਦਾਂਗੇ। ਸੋ ਇਸ ਕਿਸਮ ਦੀ ਜਿਹੜੀ ਗੱਲਬਾਤ ਹੈ ਜਾਂ ਤਲਖੀ ਹੈ ਉਹ ਹੋਣੀ ਸ਼ੁਰੂ ਹੋ ਚੁੱਕੀ ਸੀ। ਕਾਫੀ ਹੱਦ ਤੱਕ ਹਾਈਜੈਕਰ ਜਿਹੜੇ ਸਨ ਉਹ ਖਿੱਚਣੇ ਵੀ ਸ਼ੁਰੂ ਹੋ ਚੁੱਕੇ ਸਨ। ਇਸ ਤੋਂ ਬਾਅਦ ਲੇਕਿਨ ਪਰਮਿੰਦਰ ਜਿਹੜਾ ਹਰਫਨ ਮੌਲਾ ਸੀ ਕੁਝ ਹੀ ਸਮੇਂ ਬਾਅਦ ਵਾਪਸ ਆ ਗਿਆ। ਉਸ ਤੋਂ ਬਾਅਦ ਪਰਮਿੰਦਰ, ਹਰਫਨ ਮੌਲਾ ਤੇ ਜਿਹੜੇ ਹਾਈਜੈਕਰ ਸਨ ਉਹਨਾਂ ਦੇ ਵਿੱਚ ਕਾਫੀ ਥੋੜਾ ਗੁੱਸਾ ਦੇਖਿਆ ਗਿਆ, ਕਿਉਂਕਿ ਲੱਗ ਰਿਹਾ ਸੀਗਾ ਵੀ ਭਾਰਤ ਸਰਕਾਰ ਜਾਂ ਪਾਕਿਸਤਾਨ ਦੀ ਸਰਕਾਰ ਜ਼ਿਆਦਾ ਉਹਨਾਂ ਦੀ ਮੰਗਾਂ ਨੂੰ ਮੰਨਣ ਦੇ ਮੂਡ ਦੇ ਵਿੱਚ ਨਹੀਂ ਹੈ। ਅੰਦਰਲੇ ਖਾਤੇ ਬੇਸ਼ੱਕ ਉਹਨਾਂ ਨੇ ਇੱਕ ਪਿਕਚਰ ਪ੍ਰੈਜ਼ੈਂਟ ਕਰ ਰੱਖੀ ਸੀ ਹਵਾਈ ਜਹਾਜ਼ ਦੇ ਵਿੱਚ ਵੀ ਤੇ ਬਾਹਰਲੀਆਂ ਸਰਕਾਰਾਂ ਤੇ ਅਥਾਰਟੀਜ਼ ਕੋਲ ਵੀ ਇਹਨਾਂ ਕੋਲ ਬਹੁਤ ਜ਼ਿਆਦਾ ਹਥਿਆਰ ਹੈਗੇ ਨੇ, ਲੇਕਿਨ ਉਹਨਾਂ ਕੋਲ ਲੈ ਦੇ ਕੇ ਇੱਕ ਹੀ 22 mm ਦਾ ਜਿਹੜਾ ਪਿਸਟਲ ਸੀ ਉਹ ਸੀ। ਉਸ ਹਾਲਾਤ ਦੇ ਵਿੱਚ ਕਿੰਨਾ ਕੁ ਨੁਕਸਾਨ ਕਰ ਸਕਦੇ ਸੀ ਤੇ ਇਸ ਲੜਾਈ ਨੂੰ ਜੇ ਕਮਾਂਡੋ ਆਪਰੇਸ਼ਨ ਹੋ ਜਾਂਦਾ ਤਾਂ ਕਿਸ ਹੱਦ ਤੱਕ ਉਹ ਝੇਲ ਸਕਦੇ ਸੀ ਜਾਂ ਚੱਲ ਸਕਦੇ ਸੀ, ਇਸ ਚੀਜ਼ ਦਾ ਉਹਨਾਂ ਨੂੰ ਖੁਦ ਵੀ ਚੰਗੀ ਤਰ੍ਹਾਂ ਅੰਦਾਜ਼ਾ ਸੀ। ਸੋ ਤਕਰੀਬਨ 20 ਘੰਟੇ ਦੇ ਆਸ-ਪਾਸ ਇਹ ਆਪਰੇਸ਼ਨ ਚੱਲਿਆ। ਅਲੱਗ-ਅਲੱਗ ਅਕਾਊਂਟਸ ਨੇ, ਕੁਝ ਅਕਾਊਂਟ 17 ਘੰਟੇ ਦੱਸਦੇ ਨੇ, ਕੁਝ ਅਕਾਊਂਟ 22 ਘੰਟੇ ਦੇ ਇਸ ਆਪਰੇਸ਼ਨ ਨੂੰ ਦੱਸਦੇ ਨੇ, ਲੇਕਿਨ ਲੈ ਦੇ ਕੇ ਤਕਰੀਬਨ 20 ਘੰਟੇ ਦੇ ਇਸ ਪੂਰੇ ਨਾਟਕੀ ਢੰਗ ਨਾਲ ਚਲੇ ਘਟਨਾਕ੍ਰਮ ਤੋਂ ਬਾਅਦ ਜਿਹੜੇ ਹਾਈਜੈਕਰ ਸਨ ਉਹਨਾਂ ਨੇ ਆਪਣਾ ਮਨ ਬਦਲਦਿਆਂ ਹੋਇਆ ਸਾਰੇ ਹੀ ਜਿਹੜੇ ਪੈਸੇਂਜਰ ਸਨ ਜਾਂ ਹੌਸਟੇਜਸ ਉਹਨਾਂ ਨੇ ਹਵਾਈ ਜਹਾਜ਼ ਨੂੰ ਅਗਵਾ ਕਰਨ ਤੋਂ ਬਾਅਦ ਕੈਪਟਿਵ ਰੱਖੇ ਹੋਏ ਸਨ, ਉਹਨਾਂ ਨੂੰ ਛੱਡਣ ਦਾ ਫੈਸਲਾ ਲੈ ਲਿਆ ਤੇ ਇਸ ਫੈਸਲੇ ਸੰਬੰਧੀ ਜਾਣਕਾਰੀ ਜਿਹੜੀ ਸੀ ਪਾਕਿਸਤਾਨ ਦੀ ਸਰਕਾਰ ਜਾਂ ਲਾਹੌਰ 에ਅਰਪੋਰਟ ਨੂੰ ਦਿੱਤੀ ਗਈ। ਇਸ ਤੋਂ ਬਾਅਦ ਇੱਕ ਬਹੁਤ ਵੱਡੀ ਖੁਸ਼ੀ ਦੀ ਲਹਿਰ ਦੌੜ ਉੱਠੀ ਤੇ ਪਾਕਿਸਤਾਨ ਦਾ ਮੀਡੀਆ ਜੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਇਕੱਠਾ ਹੋ ਚੁੱਕਾ ਸੀ, ਕਿਉਂਕਿ ਹਵਾਈ ਜਹਾਜ਼ ਦੀ ਹਾਈਜੈਕਿੰਗ ਜਿਸ ਵਿੱਚ 250 ਲੋਕ ਸਵਾਰ ਸਨ ਉਹ ਇੱਕ ਬਹੁਤ ਵੱਡਾ ਮਾਮਲਾ ਸੀ। ਉਸ ਤੋਂ ਬਾਅਦ ਇਹ ਲੋਕ ਸਾਰੇ ਜਿਹੜੇ ਹਾਈਜੈਕਰ ਸਨ ਪੈਸੇਂਜਰ ਸਮੇਤ ਬਾਹਰ ਆਏ। ਲਾਹੌਰ 에ਅਰਪੋਰਟ ਦੇ ਬਾਹਰ ਇਹਨਾਂ ਦੀ ਬਾਕਾਇਦਾ ਫੋਟੋਆਂ ਵੀ ਖਿੱਚੀਆਂ ਗਈਆਂ। ਉਸ ਵਕਤ ਇਹਨਾਂ ਤੋਂ ਮੀਡੀਆ ਜਿਹੜੇ ਹੈਗੇ ਨੇ ਉਹਨਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀਆਂ ਤੇ ਇਹਨਾਂ ਦੇ ਇੰਟਰਵਿਊਜ਼ ਵੀ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਹੋਈਆਂ, ਜੋ ਕਿ ਕੁਝ ਹੱਦ ਤੱਕ ਇਹਨਾਂ ਵੱਲੋਂ ਆਪਣੇ ਜਿਹੜੇ ਬਿਆਨ ਦਿੱਤੇ ਗਏ। ਉਸ ਵਕਤ ਪਰਮਿੰਦਰ ਸਿੰਘ ਹਰਫਨ ਮੌਲਾ ਵੱਲੋਂ ਆਪਣੇ ਬਾਰੇ ਆਪਣੀ ਪਛਾਣ ਵੀ ਦੱਸੀ ਗਈ, ਆਪਣੀਆਂ ਮੰਗਾਂ ਵੀ ਦੱਸੀਆਂ ਗਈਆਂ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਉਹ ਜਿਹੜੀ ਗੱਲਬਾਤ ਇਹਨਾਂ ਦੀ ਮੰਗਾਂ ਮੁੱਖ ਤੌਰ ਤੇ ਆਰਮੀ ਦਾ ਜਿਹੜਾ ਵਿਡਰੋਲ ਸੀ ਸ੍ਰੀ ਦਰਬਾਰ ਸਾਹਿਬ ਤੋਂ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਉਸ ਨੂੰ ਪਬਲਿਸਾਈਜ਼ ਕੀਤੇ ਜਾਣ ਦੀ ਤਮਾਮ ਐਫਰਟਸ ਕੀਤੀਆਂ ਗਈਆਂ। ਲੇਕਿਨ 9 ਜਿਹੜੇ ਹਾਈਜੈਕਰ ਸਨ ਉਹ ਗਿਰਫਤ ਵਿੱਚ ਆ ਚੁੱਕੇ ਸਨ। ਇਹਨਾਂ ਚੋਂ ਇੱਕ ਐਸਾ ਹਾਈਜੈਕਰ ਸੀ ਜਿਸ ਦੀ ਤਬੀਅਤ ਵੀ ਵਿਗੜੀ ਸੀ,
ਪਹਿਲਾਂ ਇਹ ਲੱਗਿਆ ਸ਼ੁਰੂਆਤੀ ਦੌਰ ਵਿੱਚ ਉਸਨੂੰ ਸ਼ਾਇਦ ਦਿਲ ਦਾ ਦੌਰਾ ਪਿਆ, ਲੇਕਿਨ ਉਹ ਦਿਲ ਦਾ ਦੌਰਾ ਨਹੀਂ ਸੀ, ਉਸਦੀ ਤਬੀਅਤ ਖਰਾਬ ਹੋ ਗਈ ਸੀ। ਪੈਸੇਂਜਰਸ ਨੂੰ ਵੀ ਲੱਗਿਆ ਵੀ ਕੋਈ ਫੈਲੋ ਜਾਂ ਕੋ ਪੈਸੇਂਜਰ ਹੈ, ਲੇਕਿਨ ਪੈਸੇਂਜਰਸ ਦੇ ਵਿੱਚ ਹੀ ਇਹ ਹਾਈਜੈਕਰ ਦੇ ਸਾਥੀ ਵੀ ਬੈਠੇ ਹੋਏ ਸਨ, ਯਾਨੀ ਕਿ ਪੈਸੇਂਜਰ ਦੀ ਹੀ ਭੇਸ ਦੇ ਵਿੱਚ ਉਹ ਲੋਕ ਬੈਠੇ ਸਨ ਤਾਂ ਕਿ ਕੋਈ ਐਸੀ ਸਥਿਤੀ ਹਵਾਈ ਜਹਾਜ਼ ਦੇ ਅੰਦਰ ਪੈਦਾ ਹੋ ਜਾਵੇ ਤਾਂ ਉਹ ਪੈਸੇਂਜਰ ਦੇ ਵਿੱਚੋਂ ਹੀ ਉਹ ਸਾਰੀ ਗੱਲਬਾਤ ਨੂੰ ਟੋਰਪੀਡੋ ਕਰ ਸਕਣ। ਸੋ ਇੱਕ ਬਹੁਤ ਹੀ ਵਿਉਂਤਬੰਦੀ ਦੇ ਨਾਲ ਕੀਤਾ ਹੋਇਆ ਕੰਮ ਸੀ, ਲੇਕਿਨ ਹਥਿਆਰਾਂ ਦੇ ਨਾਂ 'ਤੇ ਸਿਰਫ ਇੱਕ ਪਿਸਟਲ ਹੀ ਅੰਦਰ ਜਾ ਚੁੱਕੀ ਸੀ। ਇਹ 9 ਜਿਹੜੇ ਹਾਈਜੈਕਰ ਸਨ, ਇਹਨਾਂ ਨੂੰ ਪਾਕਿਸਤਾਨ ਨੇ ਭਾਰਤ ਦੇ ਹਵਾਲੇ ਨਹੀਂ ਕੀਤਾ। ਪਾਕਿਸਤਾਨ ਦੇ ਵਿੱਚ ਵੀ ਇਹਨਾਂ ਉੱਤੇ ਕੇਸ ਚਲਾਇਆ ਗਿਆ। ਇਹਨਾਂ ਹਾਈਜੈਕਰਸ ਦੀ ਪਛਾਣ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਪਰਮਿੰਦਰ ਸਿੰਘ ਹਰਫਨਮੌਲਾ ਖੁਦ ਸ਼ਾਮਲ ਸੀ। ਇਸ ਤੋਂ ਇਲਾਵਾ ਇੱਕ ਚੰਡੀਗੜ੍ਹ ਦੀ ਪੁਲਿਸ ਦਾ ਕਾਂਸਟੇਬਲ ਰਹਿ ਚੁੱਕਾ ਮਨਜੀਤ ਸਿੰਘ ਵੀ ਸ਼ਾਮਲ ਸੀ। ਰਵਿੰਦਰ ਸਿੰਘ ਨਾਂ ਦਾ ਇੱਕ ਹੋਰ ਸ਼ਖਸ ਸ਼ਾਮਲ ਸੀ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਇੱਕ ਸਰਕਾਰੀ ਮੁਲਾਜ਼ਮ ਦਾ ਬੇਟਾ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਹਰਮਿੰਦਰ ਸਿੰਘ ਨਾਂ ਦਾ ਇੱਕ ਹੋਰ ਸ਼ਖਸ ਇਸ ਪੂਰੀ ਗੱਲਬਾਤ ਜਾਂ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਸ਼ਾਮਲ ਸੀ ਤੇ ਇੱਕ ਹੋਰ ਸ਼ਖਸ ਜਿਸ ਦਾ ਨਾਮ ਦਲੀਪ ਸਿੰਘ ਦੱਸਿਆ ਜਾਂਦਾ ਹੈ। ਇਹ 5 ਲੋਕਾਂ ਦੀ ਜਿਹੜੀ ਪਛਾਣ ਹੈ ਉਹ ਪੁਖਤਾ ਤਰੀਕੇ ਨਾਲ ਹੋ ਪਾਈ। 4 ਹੋਰ ਐਸੇ ਲੋਕ ਸਨ ਜੋ ਕਿ ਬਾਅਦ ਦੇ ਵਿੱਚ ਐਕਵਿਟ ਕਰਤੇ ਗਏ। ਬਹੁਤ ਸੇ ਐਸੇ ਜਿਹੜੇ ਹਾਈਜੈਕਰ ਸਨ ਉਹ ਮੋਨੇ ਵੀ ਸਨ, ਯਾਨੀ ਕਿ ਉਹਨਾਂ ਨੇ ਕੇਸ ਨਹੀਂ ਰੱਖੇ ਹੋਏ ਸਨ ਜਾਂ ਪਗੜੀਆਂ ਨਹੀਂ ਬੰਨੀਆਂ ਹੋਈਆਂ ਸਨ, ਲੇਕਿਨ ਇਹ ਜਿਹੜੇ 5 ਲੋਕ ਸਨ ਇਹਨਾਂ ਨੇ ਮੁੱਖ ਤੌਰ ਤੇ ਪਗੜੀਆਂ ਬੰਨੀਆਂ ਹੋਈਆਂ ਸਨ। ਸੋ ਜਦੋਂ ਇਸ ਪੂਰੇ ਮਾਮਲੇ ਦਾ ਟ੍ਰਾਇਲ ਜਿਹੜਾ ਚੱਲਿਆ 1984 ਤੋਂ ਬਾਅਦ ਟ੍ਰਾਇਲ ਐਡਾ ਸਪੀਡੀ ਸੀ, ਜਿਵੇਂ ਮੈਂ ਪਿਛਲੇ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਸੀ 1981 ਦਾ ਜਿਹੜਾ ਦਲ ਖਾਲਸਾ ਵੱਲੋਂ ਕੀਤਾ ਗਿਆ 에ਅਰ ਹਾਈਜੈਕਿੰਗ ਸੀ, ਐਰੋਪਲੇਨ ਦੀ ਹਾਈਜੈਕਿੰਗ ਸੀ, ਉਸ ਦਾ ਟ੍ਰਾਇਲ ਤਕਰੀਬਨ 5.5-6 ਸਾਲ ਦੇ ਆਸ-ਪਾਸ ਚੱਲਿਆ। 1986 ਵਿੱਚ ਫੈਸਲਾ ਆਇਆ, ਲੇਕਿਨ ਉਸੇ ਦੇ ਆਸ-ਪਾਸ 1984 ਦੀ ਇਸ ਹਾਈਜੈਕਿੰਗ ਦਾ ਫੈਸਲਾ ਵੀ ਤਕਰੀਬਨ ਪੌਣੇ 2 ਸਾਲਾਂ ਦੇ ਵਿੱਚ ਸੁਣਾਤਾ ਗਿਆ ਸੀ। ਜਨਵਰੀ 1986 ਦੇ ਵਿੱਚ ਹੀ ਇਸ ਹਾਈਜੈਕਿੰਗ IC-405 ਜਿਸ ਨੂੰ ਕਿ ਹਾਈਜੈਕ ਕੀਤਾ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ, ਉਸ ਦੇ 3 ਜਿਹੜੇ ਲੋਕ ਸਨ ਉਹਨਾਂ ਨੂੰ, ਜਿਹੜੇ 3 ਮੁੱਖ ਲੋਕ ਸਨ ਜਿਸ ਵਿੱਚ ਕਿ ਪਰਮਿੰਦਰ ਸਿੰਘ, ਦਲੀਪ ਸਿੰਘ ਤੇ ਹਰਮਿੰਦਰ ਸਿੰਘ ਸ਼ਾਮਲ ਸਨ, ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਯਾਨੀ ਕਿ ਡੈਥ ਸੈਂਟੈਂਸ ਸੁਣਾਇਆ ਗਿਆ, ਜਦੋਂ ਕਿ 2 ਲੋਕ ਜਿਹੜੇ ਸਨ ਮਨਜੀਤ ਸਿੰਘ ਤੇ ਰਵਿੰਦਰ ਸਿੰਘ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 4 ਜਿਹੜੇ ਹੋਰ ਹਾਈਜੈਕਰ ਸਨ ਜਿਨ੍ਹਾਂ ਦੀ ਪਛਾਣ ਵੀ ਹਜੇ ਤੱਕ ਮੁਕੰਮਲ ਤੌਰ ਤੇ ਜ਼ਿਆਦਾ ਮਾਲੂਮਾਤ ਨਹੀਂ ਹੋ ਪਾਈ ਹੈ, ਉਹਨਾਂ ਨੂੰ ਇਸ ਕੇਸ ਦੇ ਵਿੱਚ ਛੱਡਤਾ ਗਿਆ। ਬਾਅਦ ਦੇ ਵਿੱਚ ਬਹੁਤ ਸੀ ਇੰਡੀਅਨ ਏਜੰਸੀਜ਼ ਜਾਂ ਖੁਫੀਆ ਜਿਹੜੀ ਏਜੰਸੀਆਂ ਸਨ ਉਹ ਇਸ ਗੱਲ ਨੂੰ ਲੈ ਕੇ ਸ਼ਸ਼ੋਪਨ ਦੇ ਵਿੱਚ ਰਹੀਆਂ ਵੀ ਇਹ ਆਖਿਰ 4 ਲੋਕ ਕੌਣ ਸਨ, ਕਿਉਂਕਿ ਇਹਨਾਂ ਦੀ ਪਛਾਣ ਕਲੀਅਰ ਨਹੀਂ ਹੋ ਪਾਈ। ਬੇਸ਼ੱਕ ਕੁਝ ਨਾਂ ਦਿੱਤੇ ਗਏ ਜਿਨ੍ਹਾਂ ਵਿੱਚੋਂ 6 ਐਸੇ ਨਾਂ ਸਨ ਜੋ ਕਿ ਪੈਸੇਂਜਰ ਦੀ ਉਹ ਜਿਹੜੀ ਟੈਲੀ ਹੁੰਦੀ ਹੈ, ਪੈਸੇਂਜਰ ਲਿਸਟ ਜਿਹੜੀ ਕਿ ਕਿਸੇ ਵੀ ਹਵਾਈ ਜਹਾਜ਼ ਦੀ ਫੇਰੀ ਤੋਂ ਪਹਿਲਾਂ ਜਾਂ ਉਸ ਦੀ ਫਲਾਈਟ ਤੋਂ ਪਹਿਲਾਂ ਸਾਂਝੀ ਕੀਤੀ ਜਾਂਦੀ ਹੈ, ਉਸ ਦੇ ਨਾਲ 6 ਨਾਂ ਤਾਂ ਰਲਦੇ ਸੀ, ਲੇਕਿਨ ਇਹਨਾਂ ਦੀ ਵੀ ਜ਼ਿਆਦਾ ਪਛਾਣ ਕੋਈ ਵੱਡੇ ਮੰਨੇ ਪਰਮੰਨੇ ਜਾਂ ਕੋਈ ਐਸੇ ਖਾੜਕੂਆਂ ਦੀ ਸ਼ਕਲ ਦੇ ਵਿੱਚ ਨਹੀਂ ਹੋਈ ਸਨ ਜੋ ਕਿ ਕਾਫੀ ਐਕਟਿਵ ਹੋਣ। ਸੋ ਜ਼ਿਆਦਾਤਰ ਇਹ ਜਿਹੜੇ ਲੋਕ ਸਨ ਇਹ ਸਟੂਡੈਂਟ ਸਨ। ਬਹੁਤ ਸੇ ਐਸੇ ਲੋਕ ਸਨ ਜੋ ਕਿ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਭਾਵਨਾਤਮਕ ਤੌਰ ਤੇ ਆਹਤ ਹੋ ਕੇ ਇਸ ਮੂਵਮੈਂਟ ਦੇ ਵਿੱਚ ਸ਼ਾਮਲ ਹੋਏ ਸਨ। ਸੋ ਰਿਲੇਟਿਵਲੀ ਅਨਨੋਨ ਜੇ ਲੋਕ ਸਨ। ਇੱਕ ਐਮੇਚਰ ਇੱਕ ਤਰੀਕਾ ਸੀਗਾ, ਸ਼ਾਇਦ ਇਹੀ ਕਾਰਨ ਸੀ ਅਥਾਰਟੀਜ਼ ਨੇ ਜਾਂ ਜਾਂਚ ਏਜੰਸੀਆਂ ਨੇ ਇਹ ਮੰਨਿਆ ਵੀ ਬਿਲਕੁਲ ਇਹ ਲੋਕ ਐਮੇਚਰ ਸਨ, ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਗਈ ਹਾਈਜੈਕਿੰਗ ਨਹੀਂ ਸੀ। ਲੇਕਿਨ ਇਸ ਦਾ ਮਕਸਦ ਵੀ ਫਿਰ ਕਿਸ ਹੱਦ ਤੱਕ ਉਨਾ ਸੀ, ਕਿਉਂਕਿ ਰਿਫਿਊਲਿੰਗ ਦੇ ਮੁੱਦੇ ਨੂੰ ਲੈ ਕੇ ਲਾਹੌਰ 에ਅਰਪੋਰਟ ਤੇ ਹਵਾਈ ਜਹਾਜ਼ ਉਤਰ ਜਾਂਦਾ ਹੈ ਤੇ ਰਿਫਿਊਲਿੰਗ ਨੂੰ ਲੈ ਕੇ ਬਾਰਗੇਨਿੰਗ ਹੁੰਦੀ ਹੈ। 25-25 ਯਾਤਰੂਆਂ ਜਾਂ ਹੌਸਟੇਜਸ ਦੇ ਬਦਲੇ ਇੱਕ ਟਨ ਜਿਹੜਾ ਹੈ ਐਵੀਏਸ਼ਨ ਫਿਊਲ ਦਿੱਤੇ ਜਾਣ ਦੀ ਗੱਲਬਾਤ ਹੁੰਦੀ ਹੈ। ਇਹ ਸਾਰੀਆਂ ਗੱਲਾਂ ਬਾਤਾਂ ਆਪਣੇ ਆਪ ਦੇ ਵਿੱਚ ਇੱਕ ਐਮੇਚਰ ਆਪਰੇਸ਼ਨ ਨੂੰ ਵੀ ਬਿਆਨ ਕਰਦੀਆਂ ਸਨ। ਲੈ ਦੇ ਕੇ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਮੁਕੱਦਮਾ ਚੱਲਿਆ ਤੇ ਫੈਸਲਾ ਹੋਇਆ, ਜਿਵੇਂ ਕਿ ਮੈਂ ਜਿੱਦਾਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ, ਸਜ਼ਾਵਾਂ ਹੋ ਗਈਆਂ। 1999 ਦੇ ਆਸ-ਪਾਸ ਜਦੋਂ ਬੇਨਜ਼ੀਰ ਭੁੱਟੋ ਦੀ ਸਰਕਾਰ ਆਈ ਤਾਂ ਉਸ ਵਿੱਚ ਇੱਕ ਜਨਰਲ ਐਮਨੈਸਟੀ ਦੇ ਤਹਿਤ, ਸਜ਼ਾ ਮੁਆਫੀ ਦੇ ਤਹਿਤ ਇਹਨਾਂ ਦੀ ਸਜ਼ਾਵਾਂ ਵੀ ਘੱਟ ਕਰਤੀਆਂ ਗਈਆਂ। ਜਿਨ੍ਹਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਸਨ ਉਹਨਾਂ ਨੂੰ ਹੋਰ ਕਮਿਊਟ ਕਰਤਾ ਗਿਆ। ਇਸ ਦੇ ਨਾਲ ਹੀ ਜਿਹੜੀ ਮੌਤ ਦੀ ਸਜ਼ਾ ਸੁਣਾਈ ਗਈ ਸੀ 3 ਲੋਕਾਂ ਨੂੰ, ਉਸ ਨੂੰ ਵੀ ਘਟਾਤਾ ਗਿਆ, ਉਸ ਨੂੰ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਬਦਲਤਾ ਗਿਆ, ਚੇਂਜ ਕਰਤਾ ਗਿਆ। 1994 ਦੇ ਹੀ ਆਸ-ਪਾਸ ਇਹ ਸਾਰੇ ਲੋਕ, ਖਾਸ ਕਰਕੇ ਪਰਮਿੰਦਰ ਸਿੰਘ ਜੋ ਕਿ ਹਰਫਨਮੌਲਾ ਸੀ, ਜੋ ਕਿ ਇਸ ਪੂਰੀ ਯੂਨਿਟ ਦੀ, ਇਸ ਪੂਰਾ ਖਾੜਕੂਆਂ ਦੇ ਗਰੁੱਪ ਦੀ ਅਗਵਾਈ ਕਰ ਰਿਹਾ ਸੀ, ਉਸ ਦੀ ਜਿਹੜੀ ਸਜ਼ਾ ਸੀ ਉਸ ਨੂੰ ਖਤਮ ਕਰਤਾ ਗਿਆ ਜਾਂ ਉਸ ਨੂੰ ਮਾਫੀ ਦੇ ਦਿੱਤੀ ਗਈ। ਸੋ 1994 ਦੇ ਵਿੱਚ ਉਸ ਨੂੰ ਦੱਸਿਆ ਜਾਂਦਾ ਵੀ 1 ਮਹੀਨੇ ਦਾ ਵਕਤ ਦਿੱਤਾ ਗਿਆ ਪਾਕਿਸਤਾਨ ਸਰਕਾਰ ਵੱਲੋਂ ਕਿਸੇ ਵੀ ਆਪਣੀ ਮਰਜ਼ੀ ਦੇ ਮੁਲਕ ਦੇ ਵਿੱਚ ਜਾਣ ਦਾ, ਜੋ ਮੁਲਕ ਉਸ ਨੂੰ ਅਲਾਉ ਕਰੇ, ਜਿਸ ਦੌਰਾਨ ਕਿ ਪਰਮਿੰਦਰ ਸਿੰਘ ਹਰਫਨਮੌਲਾ ਹੋਣਾ ਵੱਲੋਂ ਇੱਕ ਅਫਗਾਨਿਸਤਾਨ ਦਾ ਇੱਕ ਨਕਲੀ ਪਾਸਪੋਰਟ ਤਿਆਰ ਕੀਤਾ ਗਿਆ। ਅਫਗਾਨਿਸਤਾਨ ਦੇ ਵਿੱਚ ਬਹੁਤ ਸਿੱਖ ਅਜੇ ਵੀ ਰਹਿੰਦੇ ਹੈਗੇ ਨੇ, ਉਹਨਾਂ ਦਿਨਾਂ ਦੇ ਵਿੱਚ ਵੀ ਰਿਹਾ ਕਰਦੇ ਸਨ। ਸੋ ਅਫਗਾਨਿਸਤਾਨ ਦੇ ਇੱਕ ਨਕਲੀ ਕਿਰਦਾਰ ਦੇ ਨਾਲ ਜਾਂ ਨਕਲੀ ਪਛਾਣ ਦੇ ਨਾਲ, ਬਲਬੀਰ ਸਿੰਘ ਨਾਂ ਦੀ ਇੱਕ ਪਛਾਣ ਦੇ ਨਾਲ ਪਰਮਿੰਦਰ ਸਿੰਘ ਹਰਫਨਮੌਲਾ ਨੇ ਕੈਨੇਡਾ ਦੇ ਵਿੱਚ ਕੈਨੇਡਾ ਦਾ ਵੀਜ਼ਾ ਲਵਾਇਆ ਤੇ ਉੱਥੇ ਕੈਨੇਡਾ ਦੇ ਵਿੱਚ ਜਾ ਕੇ ਆਪਣਾ ਕੰਮਕਾਜ ਸ਼ੁਰੂ ਕੀਤਾ, ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਸ਼ੁਰੂ ਕੀਤਾ। ਪਰਮਿੰਦਰ ਸਿੰਘ ਹਰਫਨਮੌਲਾ ਵੱਲੋਂ ਕੈਨੇਡਾ ਵਿੱਚ ਜਾ ਕੇ PR ਅਪਲਾਈ ਕਰਤਾ ਗਿਆ ਸੀ। ਉੱਥੇ ਇਹ ਵੀ ਸਮਝਿਆ ਗਿਆ ਵੀ ਉਸਨੇ ਆਪਣਾ ਡਰਾਈਵਿੰਗ ਲਾਇਸੈਂਸ ਬਣਾਇਆ, ਸੋਸ਼ਲ ਸਿਕਿਉਰਿਟੀ ਨੰਬਰ ਵੀ ਲਿਆ ਉसी ਪਾਸਪੋਰਟ ਜਾਂ ਉसी ਪਛਾਣ ਦੇ ਆਧਾਰ ਉੱਤੇ, ਜੋ ਕਿ ਉਸਨੇ ਇੱਕ ਅਫਗਾਨ ਸਿੱਖ ਹੋਣ ਦੇ ਨਾਤੇ ਹਾਸਲ ਕੀਤੀ ਸੀ।
एक ही नकली पछाण सी। लेकिन 1995 के आस-पास उसका भंडाफोड़ हो गया, या उसकी पूरी पछाण की जिहड़ी जानकारी सी उसका पता भी जिहड़ा सी वो लग चुका सी। 2010 आउंदियां अगले तकरीबन 15 साल उसका केस चलता रहा, उसकी वालों बहुत कोशिशें की गई पोलिटिकल असैलम की शक्ल में या किसी भी शक्ल में भी, क्योंकि उस समय उसने एक लॉ की प्रैक्टिस भी करने का एक प्लान किया सी, तो उसने लॉ की प्रैक्टिस अपना उसका जिहड़ा भरा सी वो एक इमीग्रेशन कंसलटेंसी का काम करता सी, उसके नाल भी उसने काम किया, तो बाद उसने लॉ करने की असफल कोशिश की। लेकिन जी लॉ सोसाइटी सी अपर कैनेडा की, उसने उसकी जी पूरी अर्जी से उसको खारिज करता। उसकी जी एप्लीकेशन सी उसको इस ग्राउंड पर खारिज किया गया भी इस आदमी का जिहड़ा कैरेक्टर है वो सही नहीं है, क्योंकि किरदार पक्षों या पछाण पक्षों परमिंदर सिंह हरफनमौला ने अपनी पछाण गलत दसी सी। इस चीज़ का खुलासा हो चुका सी। इस दौरान कैनेडियन लॉ सोसाइटी के सामने जो उसने अपनी अर्जी लाई या ये फरियाद की, उस दौरान उसने इस हाईजैकिंग नूं लैके एक अफसोस का इजहार जड़ा सी किया। उसने इस चीज़ का इंकशाफ किया भी एक गलत हरकत सी, उसको नहीं सी करनी चाहिए। लेकिन ये सारिया गल्लां बातां के बावजूद कैनेडियन अथॉरिटीज़ या लॉ सोसाइटी वालों उसको कोई रिलीफ नहीं दी गई। साल 2010 के विच उसनूं भारत दे विच डिपोर्ट किया गया। भारत दे विच डिपोर्ट होने तो बाद भारत दे विच जेल दे विच उसनूं रखा गया, तो बाद दे विच 2016 आउंदियां CBI ने उसनूं एक फर्जी पछाण या एक फोर्जरी के केस दे विच धोखाधड़ी के केस के बुक कर लिया, तो उसके खिलाफ एक चार्जशीट सी जी अदालत में फाइल की। सो परमिंदर सिंह हरफनमौला ऑल इंडिया सिख स्टूडेंट फेडरेशन का वो लीडर सी, जिसकी अगवाई तहत एक बहुत ही नाटकी ढंग नाल एक होर हाईजैकिंग 1981 तो बाद हुई सी। इस तो पहले 1982 के भी हाईजैकिंग है जी है वो हुई सी, वो भी पंजाब तो बेस्ड जोड़े सिख काड़कू सन उन्होंने वालों ही की गई सी। लेकिन ये जी हाईजैकिंग सी ये काफ़ी नाटकी सी। 1981 का जोड़ा हाईजैकिंग जिसकी मैं पहला जिक्र किया है दल खालसा का, उस केस के विच किसी को मौत की सज़ा सुनाई नहीं गई सी, ते ट्रायल बेशक लंबा चला लेकिन सज़ावां घट सन। लेकिन इस केस के विच क्योंकि दोवें ट्रायल जोड़े सन 1981 ते 1984 के लगभग पैरलली चले ने, ते फैसला भी अगे पिछे 1986 के ही आया। दोवां दे विच हाईजैकिंग ते क्रिमिनल कॉन्स्पिरेसी अपराधिक साजिश के ही मुकदमे सन। लेकिन 1984 की इस हाईजैकिंग के विच सज़ावां जड़ियां हुईयां वो काफ़ी सख्त हुईयां सन। सो लै दे के ये पूरी गलबात सी। लेकिन बाद भी सज़ावां कम्यूट हो गई, लोगों ने जाके परमिंदर सिंह हरफनमौला होना वर्गे लोगों वालों कोशिशां हुईयां बाहर जाके सैटल हो जान, वो सारी गल्लां बातां सिरे नहीं चढ़ पाईयां, भारत दे विच ही डिपोर्ट होना पिया। लेकिन लै दे के एक बहुत वड्डा एक हाईजैकिंग का मामला सी, जिस तो बाद एक महीने बाद एक होर हाईजैकिंग ने होना सी, ते वो अपने आप दे विच जो कि अगस्त 1984 की हाईजैकिंग होनी सी, वो बहुत दिलचस्पी वो भी पाकिस्तान के नाल ही लिंक करती है, तो वो भी जिहड़ियां फ्लाइटां हैगियां ने वो भारत दे विचों इमर्ज कीतियां, ते उस दे विच भी जिहड़े खाड़कू सन वो पंजाबी ही सन। सो वो पूरा मामला की सी, वो किहड़ी फ्लाइट सी जो कि बाद दे विच जिसनों कि मिडल ईस्ट दे विच लिजाया गया, दुबई दे विच लिजाया गया, वो भी बहुत ही नाटकी ढंग नाल हुई हाईजैकिंग सी। सो हाईजैकिंग का सिलसिला जिहड़ा सी, जिवें मैं पहला इस सीरीज़ की शुरुआत दे विच दस्सिया सी, 1981 ते 1984 दियां ये 3 हाईजैकिंग्स जो कि थोड़ियां वड्डियां हाईजैकिंग्स मनियां गईयां, बहुत ही ज़्यादा नाटकी सन। लेकिन सब तो खास गल सी भी किसी भी हाईजैकिंग दे विच कोई जान का नुकसान नहीं होया, किसी की जान नहीं गई। बेशक गोलियां भी चलियां, सब कुछ होया, अग्गां भी लगियां, लेकिन जान का नुकसान किसी का नहीं होया, कोई मौत नहीं हुई। ये सब तो वड्डी तसल्ली ते रिलीफ की गलबात सी। बहरहाल उस हाईजैकिंग नूं इस लड़ी इस सीरीज़ के अगले रिपोर्ट के विच अगले हिस्से के विच लैके हाज़र होवांगा। उस फ्लाइट की हाईजैकिंग की पूरी कहानी उसके लिए इंतजार करना पेगा। बहरहाल ये एपीसोड ये रिपोर्ट इत्थों तक ही सी। रितेश लिखे अनपढ़ नाल जुटे रहो। तो अगली जी हाईजैकिंग सी 1984 अगस्त के महीने की, वो किसने की, किवें उसकी पूरी रूपरेखा सी, तो किवें बाद दे विच जाके मिडल ईस्ट दे विचों मामला जिहड़ा है निबड़िया, पाकिस्तान के किहड़े 2 एयरपोर्ट सन जिथे कि वो फ्लाइट रुकी, ये सारियां गल्लां बातां मैं अगली रिपोर्ट के विच तुहाडे सामने लियावांगा, नशर करांगा। बहुत बहुत धन्नवाद, साडे नाल जुटे रहो।